कोविड ਵਿੱਚ ਰੱਖਿਆ ਗਿਆ ਸੀਗਾ। ਪਹਿਲਾਂ ਸਾਡੀ 13 ਦਿਨ ਤੋਂ ਹੜਤਾਲ ਚੱਲ ਰਹੀ ਹੈ। ਸਾਡੀ ਲੈਟਰ ਨਿਕਲੀ ਸੀਗੀ ਵੀ 30 ਤਰੀਕ ਨੂੰ ਇਹਨਾਂ ਨੂੰ ਅਸੀਂ ਪਹਿਲਾਂ ਕਿੰਨਾ ਪ੍ਰਦਰਸ਼ਨ ਕਰ ਰਹੇ ਹਾਂ, ਜਾਨੀ ਕਿ ਹੁਣ ਸਾਨੂੰ ਅੱਜ ਹੀ ਲੈਟਰ ਮਿਲੀ ਹੈਗੀ ਜਿਹਦੇ ਵਿੱਚ ਇਹ ਫਾਈਨਲ ਡਿਸੀਜਨ ਵੀਸੀ ਸਰ ਨੇ ਲਿਆ ਹੈਗਾਗਾ। ਬਹੁਤ ਟੈਂਡਰ ਭਰਤੀ ਕੀਤੇ ਜਾ ਰਹੇ, ਬਹੁਤ ਟੈਂਡਰ ਭਰਤੀ ਕੀਤੇ ਜਾ ਰਹੇ, ਬਹੁਤ ਟੈਂਡਰ ਭਰਤੀ ਕੀਤੇ ਜਾ ਰਹੇ। ਫਸਟ ਲੇਅਰ ਤੇ ਸੈਕੰਡ ਲੇਅਰ ਦੋ ਲੇਅਰਾਂ ਦੇ ਵਿੱਚ ਕੰਮ ਕੀਤਾ। ਕੋਵਿਡ ਦੀਆਂ ਦੇ ਵਿੱਚ 365 ਦਿਨ ਕੰਮ ਪੂਰਾ ਹੋਇਆ, ਸਾਲ ਪੂਰਾ ਕੀਤਾ। ਸਰਕਾਰਾਂ ਦਾ ਇਹ ਦੇਖੋ ਹਾਲ, ਸਰਕਾਰਾਂ ਦਾ ਇਹ ਦੇਖੋ ਹਾਲ। ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਕਰੋਨਾ ਯੋਧਿਆਂ ਨੂੰ ਨੌਕਰੀ ਤੇ ਬਹਾਲ ਕਰੋ, ਕਰੋਨਾ ਯੋਧਿਆਂ ਨੂੰ ਨੌਕਰੀ ਤੇ ਬਹਾਲ ਕਰੋ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਜ਼ਿੰਦਾਬਾਦ। ਕਰੋਨਾ ਸਰਕਾਰਾਂ ਦਾ ਇਹ ਦੇਖੋ ਹਾਲ, ਸਰਕਾਰਾਂ ਦਾ ਇਹ ਦੇਖੋ ਹਾਲ। ਰੋਲ ਤੇ ਵੀ ਰੋਲ ਤੇ ਕਰੋਨਾ ਯੋਧੇ ਰੋਲ। ਮੈਂ ਖੁਸ਼ਮਿੰਦਰ ਕੌਰ ਇੱਥੇ ਵਾਰਡ ਅਟੈਂਡੈਂਟ ਸੀਗੀ ਮੈਡੀਕਲ 'ਚ। ਜਾਨੀ ਕਿ ਸਾਨੂੰ ਕੋਵਿਡ ਵਿੱਚ ਰੱਖਿਆ ਗਿਆ ਸੀਗਾ। ਪਹਿਲਾਂ ਸਾਡੀ 13 ਦਿਨ ਤੋਂ ਹੜਤਾਲ ਚੱਲ ਰਹੀ ਹੈ। ਸਾਡੀ ਲੈਟਰ ਨਿਕਲੀ ਸੀਗੀ ਵੀ 30 ਤਰੀਕ ਨੂੰ ਇਹਨਾਂ ਨੂੰ ਰਿਲੀਵ ਕੀਤਾ ਜਾਵੇ। ਉਹਦੇ ਮਸਲੇ ਵਿੱਚ ਸਾਡੀ ਸਟ੍ਰਾਈਕ ਅੱਜ 13ਵਾਂ ਦਿਨ ਹੈਗਾ। ਅਤੇ ਜਾਨੀ ਕਿ ਅਸੀਂ ਪਹਿਲਾਂ ਕਿੰਨਾ ਪ੍ਰਦਰਸ਼ਨ ਕਰ ਰਹੇ ਹਾਂ, ਜਾਨੀ ਕਿ ਹੁਣ ਸਾਨੂੰ ਅੱਜ ਹੀ ਲੈਟਰ ਮਿਲੀ ਹੈਗੀ ਜਿਹਦੇ ਵਿੱਚ ਇਹ ਫਾਈਨਲ ਡਿਸੀਜਨ ਵੀਸੀ ਸਰ ਨੇ ਲਿਆ ਹੈਗਾ ਵੀ ਨਵੇਂ ਵਾਰਡ ਅਟੈਂਡੈਂਟ ਭਰਤੀ ਕੀਤੇ ਜਾ ਰਹੇ ਹੈਗੇ ਆ, ਠੀਕ ਹੈ ਨਾ। ਅਤੇ ਉਹਦੇ ਵਿੱਚ ਪੇਪਰ ਹੈ ਇਹਨਾਂ ਦਾ ਹਜੇ, ਜਾਨੀ ਕਿ 4 ਤਰੀਕ ਨੂੰ ਮੀਟਿੰਗ ਰੱਖੀ ਜਾ ਰਹੀ ਹੈ। ਸਾਡੀ ਇਹੀ ਸਰਕਾਰ ਨੂੰ ਗੁਜ਼ਾਰਿਸ਼ ਹੈਗੀ ਆ ਵੀ ਇਹ ਨਾ ਵਾਰਡ ਅਟੈਂਡੈਂਟ ਭਰਤੀ ਨਾ ਕੀਤੇ ਜਾਣ। ਇਹਨਾਂ ਦੀ ਥਾਂ 'ਤੇ ਪਹਿਲਾਂ ਰਾਖਵਾਂ ਸਾਨੂੰ ਕੀਤਾ ਜਾਵੇ। ਪਹਿਲਾਂ ਸਾਨੂੰ ਸੀਟਾਂ ਦਿੱਤੀਆਂ ਜਾਣ, ਬਾਅਦ ਵਿੱਚ ਜਿਹੜੇ ਰੱਖਣੇ ਹੈਗੇ ਉਹ ਬਾਅਦ ਵਿੱਚ ਰੱਖੇ ਜਾਣ। ਸਾਡੀ ਇਹ ਸਰਕਾਰ ਨੂੰ ਅਪੀਲ ਹੀ ਹੈ ਕਿ ਪਹਿਲਾਂ ਸਾਨੂੰ ਇਹਨਾਂ 'ਤੇ ਭਰਤੀ ਕੀਤਾ ਜਾਵੇ, ਉਸ ਤੋਂ ਬਾਅਦ ਦੂਜੇ ਬੰਦੇ ਰੱਖੇ ਜਾਣ। ਕਿੰਨੇ ਟਾਈਮ ਤੋਂ ਤੁਹਾਡੀ ਸਟ੍ਰਾਈਕ ਚੱਲ ਰਹੀ ਹੈ? ਸਾਡਾ ਅੱਜ ਸਰ 13ਵਾਂ ਦਿਨ ਹੈਗਾ। 13 ਦਿਨ ਹੋ ਗਏ ਸਾਡੀ ਸਟ੍ਰਾਈਕ ਚੱਲਦੀ ਨੂੰ। ਤੇ ਤੁਹਾਡੀਆਂ ਹੁਣ ਕੀ ਅੱਜ ਤੁਹਾਨੂੰ ਕਿਹਦੇ ਵੱਲੋਂ ਲੈਟਰ ਮਿਲੀ ਹੈ ਜੀ? ਸਾਨੂੰ ਜਾਨੀ ਕਿ ਲੈਟਰ ਮਿਲੀ ਆ ਦੂਜਾ ਵੀਸੀ ਸਰ ਦੀ, ਦੂਜਾ ਹੈਗੀ ਆ ਵੀਸੀ ਸਰ ਵੱਲੋਂ ਲੈਟਰ ਮਿਲੀ ਹੈ ਜੋ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ ਹੈਗੀ ਆ, ਠੀਕ ਹੈ ਨਾ। ਉਹਦੇ 'ਚ 4 ਤਰੀਕ ਦੀ ਇਹਨਾਂ ਦੀ ਸਿਹਤ ਵਿਭਾਗ ਨਾਲ ਮੀਟਿੰਗ ਹੈਗੀ ਹੈ ਜਿਸ 'ਚ ਫਾਈਨਲ ਕੀਤਾ ਜਾਊਗਾ ਵੀ ਉਹ ਪੇਪਰ ਕਦੋਂ ਲਿਆ ਜਾਣਾ ਹੈਗਾ। ਪਰ ਸਾਡੀ ਗੁਜ਼ਾਰਿਸ਼ ਇਹੀ ਆ ਇਹ ਪੇਪਰ ਰੱਦ ਕੀਤਾ ਜਾਵੇ ਅਤੇ ਪਹਿਲ ਦੇ ਆਧਾਰ 'ਤੇ ਸਾਨੂੰ ਰੱਖਿਆ ਜਾਵੇ। ਜੇ ਇਹ ਸਭ ਨਾ ਹੋਇਆ ਤਾਂ ਅਸੀਂ ਪ੍ਰਦਰਸ਼ਨ ਇਸ ਤੋਂ ਹੋਰ ਤਿੱਖਾ ਸੰਘਰਸ਼ ਕਰਾਂਗੇ। ਕੋਈ ਸਰਕਾਰ ਵੱਲੋਂ ਤੁਹਾਨੂੰ ਵਿਸ਼ਵਾਸਨ ਦਿੱਤਾ ਸੀਗਾ, ਕੋਈ ਗੱਲਬਾਤ ਹੋਈ ਕਿਸੇ ਅਧਿਕਾਰੀ ਨਾਲ ਤੁਹਾਡੀ? ਸਾਨੂੰ ਇਦੋਂ 2-3 ਦਿਨ ਪਹਿਲਾਂ ਹੀ ਸਾਨੂੰ ਇਹ ਜਾਨੀ ਕਿ ਅੰਦਰੋਂ ਆਰਡਰ ਆਏ ਸੀਗੇ, ਜਾਨੀ ਕਿ ਆਰਡਰ ਵੀ ਕਹਿ ਲਓ, ਕੁਝ ਕਹਿ ਨਹੀਂ ਸਕਦੇ ਕਿ ਸਾਨੂੰ ਰਿਟਰਨ 'ਚ ਕੁਝ ਨਹੀਂ ਮਿਲਿਆ ਸੀਗਾ। ਸਾਨੂੰ ਸਿਰਫ ਕਿਹਾ ਹੀ ਗਿਆ ਹੈ ਸੀਗਾ ਵੀ ਤੁਸੀਂ ਆਪਦੀਆਂ ਨੌਕਰੀਆਂ 'ਤੇ ਵਾਪਸ ਆਓ, ਤੁਸੀਂ ਆ ਕੇ ਆਪਦੀਆਂ ਡਿਊਟੀਆਂ ਕਰੋ। ਪਰ ਉਹਦੇ 'ਚ ਸਾਨੂੰ ਰਿਟਰਨ 'ਚ ਕੁਝ ਨਹੀਂ ਦਿੱਤਾ ਗਿਆ ਵੀ ਕਦੋਂ ਤੱਕ। ਸਾਨੂੰ ਕੋਈ ਕਹਿ ਰਿਹਾ ਵੀ 3 ਮੰਥ ਵਾਸਤੇ ਤੁਹਾਨੂੰ ਰੱਖਿਆ ਗਿਆ, ਕੋਈ ਕਹਿ ਰਿਹਾ 6 ਮੰਥ ਬਾਅਦ। ਇਸ ਤੋਂ ਅਸੀਂ ਇਹੀ ਚਾਹੁੰਦੇ ਹਾਂ ਵੀ ਸਾਨੂੰ ਰੈਗੂਲਰ ਕੀਤਾ ਜਾਵੇ, ਠੀਕ ਹੈ ਨਾ। ਸਾਨੂੰ ਇਹ ਨਹੀਂ ਚਾਹੀਦਾ ਵੀ 3 ਮੰਥ 6 ਮੰਥ, ਇਸ ਤੋਂ ਬਾਅਦ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਸਾਨੂੰ ਰੈਗੂਲਰ ਕੀਤਾ ਜਾਵੇ ਬਸ। ਤੁਹਾਡੀਆਂ ਮੰਗਾਂ ਨਾ ਮੰਨੀਆਂ ਗਈਆਂ, ਤੁਸੀਂ ਕੀ ਕਰੋਗੇ? ਅਸੀਂ ਸਰ ਇਸ ਤੋਂ ਵੀ ਵੱਧ ਸੰਘਰਸ਼ ਕਰਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। ਮਨਦੀਪ ਕੌਰ ਆ, ਮੈਂ ਇੱਥੇ ਐਜ਼ ਅ ਸਟਾਫ ਨਰਸ ਕੰਮ ਕਰ ਰਹੀ ਹਾਂ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਸਾਡੀ 10-12 ਡੇਜ਼ ਤੋਂ ਸਟ੍ਰਾਈਕ ਚੱਲ ਰਹੀ ਹੈ। ਅੱਜ ਸਾਡੀ ਸਟ੍ਰਾਈਕ ਦਾ 12th ਡੇ ਹੈ। ਮੈਂ ਇਸ ਵਿੱਚ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਲਈ ਲਿਵਿੰਗ ਡੇਟ ਆਈ ਸੀ 13 ਸੈਪਟੈਂਬਰ। ਇਹ ਪੰਜਾਬ ਸਰਕਾਰ ਵੱਲੋਂ ਆਈ ਸੀ ਜੋ ਕਿ ਸਾਡੇ ਲਈ ਸੀ। ਸੋ ਇਸ ਨੂੰ ਮੰਦੇਨਜ਼ਰ ਰੱਖਦੇ ਹੋਏ ਅਸੀਂ ਇਹ ਸਟ੍ਰਾਈਕ ਕਰ ਰਹੇ ਹਾਂ, ਜਿਸ ਵਿੱਚ ਕਿ ਇਹਨਾਂ ਨੇ ਸਾਡੇ ਸਫਾਈ ਕਰਮਚਾਰੀ, ਵਾਰਡ ਅਟੈਂਡੈਂਟ ਤੇ ਸਟਾਫ ਨਰਸ ਇਹਨਾਂ ਨੂੰ ਤਿੰਨਾਂ ਨੂੰ ਬਾਹਰ ਹੋਣ ਦੇ ਹੁਕਮ ਦਿੱਤੇ ਗਏ ਹਨ। ਬਟ ਇਸ ਚਿੱਠੀ ਦੀ ਅਸੀਂ ਨਿਖੇਧੀ ਕਰਦੇ ਹਾਂ। ਤੇ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਸਫਾਈ ਕਰਮਚਾਰੀ ਤੇ ਵਾਰਡ ਅਟੈਂਡੈਂਟ ਲਈ ਇਹ 2 ਤਰੀਕ ਨੂੰ ਐਗਜ਼ਾਮ ਕੰਡਕਟ ਕਰ ਰਹੇ ਆ, ਉਸ ਦੇ ਲਈ ਅਸੀਂ ਨਹੀਂ ਚਾਹੁੰਦੇ ਕਿ ਐਗਜ਼ਾਮ ਨਾ ਲੈਣ ਜ਼ਰੂਰ ਲੈਣ, ਬਟ ਇਹਨਾਂ ਨੂੰ ਪਹਿਲ ਪੁਰਾਣੇ ਕਰਮਚਾਰੀਆਂ ਨੂੰ ਦੇਣੀ ਚਾਹੀਦੀ ਹੈ ਜੋ ਕਿ ਇਹਨਾਂ ਨੇ ਪਹਿਲਾਂ ਰੱਖੇ ਹੋਏ ਸੀ। ਕਿਉਂਕਿ ਐਜ਼ ਪਰ ਗਵਰਨਮੈਂਟ ਰੂਲਸ, ਐਜ਼ ਪਰ ਗਵਰਨਮੈਂਟ PM ਸਰਕਾਰ, ਉਹਨਾਂ ਨੇ ਕਿਹਾ ਸੀ ਕਿ ਜਿਹਨੇ 100 ਡੇਜ਼ ਕੋਵਿਡ ਦੇ ਵਿੱਚ ਕੰਮ ਕੀਤਾ ਹੈ ਆਪਾਂ ਉਹਨਾਂ ਨੂੰ ਹਰ ਚੀਜ਼ ਦੇ ਵਿੱਚ ਪਹਿਲ ਦੇਵਾਂਗੇ। ਸੋ ਆਪਾਂ ਇਸ ਗਵਰਨਮੈਂਟ ਰੂਲਸ ਦੇ ਅਕੋਰਡਿੰਗ ਹੀ ਕਹਿ ਰਹੇ ਹਾਂ ਕਿ ਇਹਨਾਂ ਨੂੰ ਹਰ ਚੀਜ਼ ਦੇ ਵਿੱਚ ਪਹਿਲ ਦੇਣੀ ਚਾਹੀਦੀ ਹੈ। ਉਸ ਤੋਂ ਬਾਅਦ ਜੇ ਬਚਦੀਆਂ ਅਸਾਮੀਆਂ ਉੱਥੇ ਹੋਰ ਕਰਮਚਾਰੀ ਭਰਤੀ ਕੀਤੇ ਜਾ ਸਕਦੇ ਆ, ਬਟ ਪਹਿਲ ਜਿਹੜੇ ਇਹੀ ਕਰਮਚਾਰੀ ਸਾਡੇ ਵਾਰਡ ਅਟੈਂਡੈਂਟ ਤੇ ਸਫਾਈ ਵਾਲੇ ਕੰਮ ਕਰਦੇ ਸੀ ਇਹਨਾਂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ। ਕਿਉਂਕਿ ਇਹਨਾਂ ਨੂੰ ਇੱਥੋਂ ਦਾ ਸਿਸਟਮ ਚੰਗੀ ਤਰ੍ਹਾਂ ਪਤਾ ਹੈ, ਇਹ ਸਾਰਾ ਕੰਮ ਜਾਣਦੇ ਵੀ ਆ। ਸੋ ਮੇਰੀ ਇਹੀ ਗੁਜ਼ਾਰਿਸ਼ ਹੈ ਪੰਜਾਬ ਸਰਕਾਰ ਅੱਗੇ ਵੀ ਤੇ ਸਾਡੇ VC ਸਰ ਅੱਗੇ ਵੀ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਜਾਵੇ। ਅਰਸ਼ਪ੍ਰੀਤ, ਮੇਰਾ ਨਾਮ ਅਰਸ਼ਪ੍ਰੀਤ ਸਿੰਘ ਹੈ ਜੀ। ਅਤੇ ਅਸੀਂ ਅੱਜ ਇਸ ਮੁੱਦੇ 'ਤੇ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਅਸੀਂ ਕੋਵਿਡ ਦੇ ਵਿੱਚ ਕੰਮ ਕੀਤਾ, 2 ਫਸਟ ਲੇਅਰ ਤੇ ਸੈਕੰਡ ਲੇਅਰ 2 ਲੇਅਰਾਂ ਦੇ ਵਿੱਚ ਕੰਮ ਕੀਤਾ। ਕੋਵਿਡ ਦੀਆਂ ਦੇ ਵਿੱਚ 365 ਦਿਨ ਕੰਮ ਪੂਰਾ ਹੋਇਆ, ਸਾਲ ਪੂਰਾ ਕੀਤਾ। ਹੁਣ ਇਹਨਾਂ ਨੇ ਲੈਟਰ ਦਿੱਤੀ ਸੀ 30 ਤਰੀਕ ਨੂੰ ਸਾਨੂੰ
ਰਿਲੀਵ ਕਰਨ ਵਾਲੀ। ਇਹ ਕਹਿੰਦੇ ਸੀ ਵੀ 30 ਤਰੀਕ ਨੂੰ ਤੁਹਾਨੂੰ ਕੱਢ ਦਿੱਤਾ ਜਾਵੇਗਾ। ਉਸ ਲੈਟਰ ਦੇ ਤਹਿਤ ਅਸੀਂ ਸਟ੍ਰਾਈਕ ਤੇ ਬੈਠੇ ਹੋਏ ਸੀਗੇ, ਪਿਛਲੇ 10-11 ਦਿਨ ਤੋਂ ਧਰਨੇ ਤੇ ਬੈਠੇ ਹੋਏ ਹਾਂ। ਤੇ ਉਹਦੇ ਮਾਮਲੇ 'ਚ ਅਸੀਂ VC ਸਾਹਿਬ ਨੂੰ ਵੀ ਜਿਹੜੀ ਸੀ ਲੈਟਰ ਦਿੱਤੀ ਸੀ ਤੇ DC ਸਾਹਿਬ ਨੂੰ ਵੀ ਦਿੱਤੀ ਸੀ ਤੇ ਵਿਧਾਇਕ ਜਿਹੜਾ ਕੁਸ਼ਲਦੀਪ ਸਿੰਘ ਢਿੱਲੋਂ ਇਹਨਾਂ ਨੂੰ ਵੀ ਦਿੱਤੀ ਗਈ। ਤੇ ਉਹਦੇ ਮਸਲੇ 'ਚ ਹੁਣ ਇੱਕ ਇਹਨਾਂ ਨੇ ਹੋਰ ਨਵੀਂ ਜਿਹੜੀ VC ਸਾਹਿਬ ਨੇ ਇੱਕ ਗੇਮ ਖੇਡੀ ਆ, ਉਹ ਹੋਰ ਨਵੀਂ ਗੇਮ ਖੇਡੀ ਆ। ਕੀ ਖੇਡੀ ਹੈ ਕਿ ਜਿਹੜੇ ਕੋਵਿਡ ਦੇ ਕਰਮਚਾਰੀ ਆ ਉਹਨਾਂ ਨੂੰ ਤਾਂ ਕੱਢਣ ਦੀ ਲੈਟਰ ਪਾ ਦਿੱਤੀ ਗਈ ਵੀ ਇਹਨਾਂ ਨੂੰ ਕੱਢ ਦਿੱਤਾ ਜਾਊਗਾ। ਉਹਦੇ ਵਿੱਚ ਉਹਨਾਂ ਨੇ ਇੱਕ ਹੁਣ ਪੇਪਰ ਜਾਰੀ ਕਰਤਾ ਵਾਰਡ ਅਟੈਂਡੈਂਟ ਦਾ ਪੇਪਰ। ਉਸ ਪੇਪਰ ਦੇ ਅਸੀਂ ਬਿਲਕੁਲ ਖਿਲਾਫ ਹਾਂ, ਕਿਉਂਕਿ ਅਸੀਂ ਸਾਲ ਇਹਨਾਂ ਨੇ ਚੰਨੀ ਸਰਕਾਰ ਨੇ ਜਾਂ ਕੈਪਟਨ ਸਰਕਾਰ ਨੇ ਜਿਹੜਾ ਪਹਿਲਾਂ ਬਿਆਨ ਦਿੱਤਾ ਸੀ ਵੀ ਜਿਹੜਾ ਕੋਵਿਡ ਦੇ ਵਿੱਚ 100 ਦਿਨ ਕੰਮ ਕਰੂਗਾ ਉਸ ਨੂੰ ਪਹਿਲ ਦੇ ਆਧਾਰ ਤੇ ਕੋਈ ਵੀ ਸਰਕਾਰੀ ਜੋਬ ਆ ਜਾਂ ਕੁਛ ਵੀ ਉਹਦੇ ਆਧਾਰ ਤੇ ਸੈਟਲ ਕੀਤਾ ਜਾਊਗਾ, ਉਸ ਤੋਂ ਬਾਅਦ ਅਗਲੀਆਂ ਵੈਕੈਂਸੀਆਂ ਕੱਢੀਆਂ ਜਾਣਗੀਆਂ। ਹੁਣ ਜਿਹੜਾ ਮੁੱਦਾ ਇਹ ਬਣਦਾ ਇਸ ਗੱਲ 'ਤੇ ਵੀ ਜਿਹੜੇ ਅਸੀਂ 365 ਦਿਨ ਕੰਮ ਕੀਤਾ, ਉਹਨਾਂ ਨੇ 100 ਦਿਨ ਦੀ ਗੱਲ ਕੀਤੀ ਸੀ, ਅਸੀਂ 365 ਦਿਨ ਪੂਰਾ ਸਾਲ ਕੰਮ ਕੀਤਾ। ਸਾਨੂੰ ਪਹਿਲ ਦੇ ਆਧਾਰ ਤੇ ਇਸ ਜਿਹੜਾ ਇਹਨਾਂ ਨੇ ਨਵੀਂ ਲੈਟਰ ਕੱਢੀ ਹੈ ਵਾਰਡ ਅਟੈਂਡੈਂਟ ਭਰਤੀ ਕਰਨ ਦੀ, ਉਸ ਦੇ ਵਿੱਚ ਸਾਨੂੰ ਪਹਿਲ ਦੇ ਆਧਾਰ ਤੇ ਸੈਟਲ ਕੀਤਾ ਜਾਵੇ। ਸਾਡੀ ਇਹੀ ਡਿਮਾਂਡ ਆ ਸਰਕਾਰ ਤੋਂ ਵੀ ਸਾਨੂੰ ਉਹਦੇ ਵਿੱਚ ਸੈਟਲ ਕੀਤਾ ਜਾਵੇ ਕੋਵਿਡ ਵਾਲਿਆਂ ਨੂੰ। ਬਾਅਦ ਦੀਆਂ ਜਿਹੜੀਆਂ ਉਹਨਾਂ ਦੀਆਂ ਵੈਕੈਂਸੀਆਂ ਉਹ ਆਪਦੀਆਂ ਕੱਢ ਕੇ ਪੂਰੀਆਂ ਕਰ ਲੈਣ। ਨਾਮ ਸਿਮਰਜੀਤ ਸਿੰਘ ਬਰਾੜ, ਸੂਬਾ ਪ੍ਰਧਾਨ PRTC ਇੰਪਲਾਈ ਯੂਨੀਅਨ ਆਜ਼ਾਦ। ਅੱਜ ਜੋ ਲਗਭਗ 11-12 ਦਿਨ ਤੋਂ ਕੋਵਿਡ ਦੌਰਾਨ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਸੀ, ਰੱਖੇ ਗਏ ਸੀ, ਉਦੋਂ ਉਹਨਾਂ ਹਾਲਾਤਾਂ ਦੇ ਵਿੱਚ ਭਰਤੀ ਕੀਤੇ ਗਏ ਸੀ, ਉਹਨਾਂ ਦਾ ਜਿਹੜਾ ਧਰਨਾ ਚੱਲ ਰਿਹਾ ਸੀਗਾ ਪਿਛਲੇ 11-12 ਦਿਨ ਤੋਂ ਧਰਨਾ ਚੱਲ ਰਿਹਾ ਹੈ, ਕਿਉਂਕਿ ਉਹਨਾਂ ਨੂੰ 30 ਤਰੀਕ ਨੂੰ ਇੱਕ ਸਰਕਾਰ ਦੀ ਲੈਟਰ ਜਾਰੀ ਹੋਈ ਸੀ ਜਿਸ 'ਤੇ ਉਹਨਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀਗਾ। ਉਹਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਜਿਹੜਾ ਧਰਨਾ ਚੱਲ ਰਿਹਾ ਹੈ। ਅਸੀਂ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਵੀ DC ਫਰੀਦਕੋਟ ਰਾਹੀਂ ਮੰਗ ਪੱਤਰ ਭੇਜਿਆ ਸੀ ਤੇ ਮੈਡੀਕਲ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵੀ ਅਸੀਂ ਮੈਡੀਕਲ ਸੁਪਰਡੈਂਟ ਨੂੰ ਮਿਲੇ ਸੀਗੇ, ਉਹਨਾਂ ਨਾਲ ਗੱਲ ਕੀਤੀ ਸੀ ਵੀ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਲਗਾਤਾਰ ਬਹਾਲ ਕੀਤੀਆਂ ਜਾਣ। ਜਿਹੜਾ ਇਹ ਹੈਗਾ ਇਹਨਾਂ ਨਾਲ ਜਿਹੜਾ ਹੈਗਾ ਬਿਲਕੁਲ ਸਰਾਸਰ ਧੱਕਾ ਹੈਗਾ। ਉਸੇ ਲੜੀ ਤਹਿਤ ਜੋ ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਕਿਸਾਨ, ਮੁਲਾਜ਼ਮ, ਮਜ਼ਦੂਰ ਤੇ ਸਮਾਜ ਸੇਵੀ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਸੀਗੀ, ਕਰੋਨਾ ਸੰਘਰਸ਼ ਕਮੇਟੀ ਜਿਹੜੀ ਬਣੀ ਹੋਈ ਇਹਨਾਂ ਦੀ ਅਗਵਾਈ ਦੇ ਵਿੱਚ, ਉੱਥੇ ਇੱਕ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਵੀ 2 ਤਰੀਕ ਨੂੰ ਮੌਜੂਦਾ MLA ਸਰਕਾਰ ਦੇ ਨੁਮਾਇੰਦੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਘਰ ਦਾ ਜਿਹੜਾ ਘਿਰਾਓ ਕਰਨਾ ਹੈ। ਉਸ ਲੜੀ ਤਹਿਤ ਅਸੀਂ ਅੱਜ ਉੱਥੇ ਘਿਰਾਓ ਕੀਤਾ ਸੀ। ਸਾਰੀਆਂ ਕਿਸਾਨ ਜਥੇਬੰਦੀਆਂ, ਮੁਲਾਜ਼ਮ, ਮਜ਼ਦੂਰ ਜਥੇਬੰਦੀਆਂ ਵੀ ਨਾਲ ਸੀਗੀਆਂ। ਉੱਥੇ ਵੀ ਇਹੀ ਮੰਗ ਕੀਤੀ ਗਈ ਹੈ ਵੀ ਜਿਹੜਾ MLA ਸਾਹਿਬ ਹੈਗੇ ਨੇ, ਜਿਹੜਾ ਉਹ ਯੂਨੀਵਰਸਿਟੀ ਦੀ ਕਮੇਟੀ ਹੈ ਉਹਦੇ ਵੀ ਨੁਮਾਇੰਦੇ ਨੇ, ਉਹਦੇ ਮੈਂਬਰ ਵੀ ਨੇ ਤੇ ਸਰਕਾਰ ਦੇ ਨੁਮਾਇੰਦੇ ਵੀ ਨੇ। ਦੋਨੇ ਪਾਸੇ ਹੋਣ ਦੇ ਨਾਤੇ ਉਹ ਇੱਕ ਨਿੱਜੀ ਤੌਰ ਤੇ ਮਤਲਬ ਇੰਟਰਸਟ ਲੈ ਕੇ ਸਰਕਾਰ ਨਾਲ ਗੱਲ ਕਰਨ, ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗੱਲ ਕਰਕੇ ਇਹਨਾਂ ਨਾਲ ਜੋ ਧੱਕਾ ਹੋਇਆ ਏ, ਹਾਲਾਂਕਿ ਹੁਣ ਇਹਨਾਂ ਨੂੰ ਸਨਮਾਨ ਤੇ ਚਾਹੀਦਾ ਸੀਗਾ, ਇਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀਆਂ ਨੌਕਰੀਆਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਬਹਾਲ ਰਹਿਣੀਆਂ ਚਾਹੀਦੀਆਂ ਸੀਗੀਆਂ, ਪਰ ਉਹ ਇਸ ਤੇ ਗੱਲ ਕਰਨ, ਸਰਕਾਰ ਨਾਲ ਗੱਲ ਕਰਨ ਜਾਂ ਸਰਕਾਰ ਨਾਲ ਕਮੇਟੀ ਦੀ ਮੀਟਿੰਗ ਤੈਅ ਕਰਵਾਉਣ ਤਾਂ ਜੋ ਉਹਨਾਂ ਦਾ ਮਸਲਾ ਹੱਲ ਹੋ ਸਕੇ। ਪਰ ਕਿੱਥੇ ਤਾਸ ਕੀਤੀ ਜਾ ਰਹੀ ਸੀ ਉਹਨਾਂ ਦੀਆਂ ਮੰਗਾਂ ਨੇ, ਉਹਨਾਂ ਦਾ ਹੱਲ ਕੀਤਾ ਜਾਊਗਾ, ਪੋਜ਼ਿਟਿਵ ਆਸ ਕੀਤੀ ਜਾ ਰਹੀ ਸੀ। ਪਰ ਇੱਕ ਪਾਸੇ ਜਿਸ ਦਿਨ ਉਹਦੇ ਜਥੇਬੰਦੀਆਂ ਮਿਲੀਆਂ ਸੀ ਮੈਡੀਕਲ ਪ੍ਰਸ਼ਾਸਨ ਨੂੰ, ਯੂਨੀਵਰਸਿਟੀ ਪ੍ਰਸ਼ਾਸਨ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਪੋਜ਼ਿਟਿਵਲੀ ਇਹਨਾਂ ਦੇ ਨਾਲ ਹੈ, ਇਹਨਾਂ ਦੀ ਜਿਹੜੀ ਮੰਗ ਹੈ ਉਹ ਅਸੀਂ ਸਰਕਾਰ ਤੱਕ ਪੁੱਟ ਕਰ ਰਹੇ ਹਾਂ। ਪਰ ਜੋ ਇੱਕ ਇਹਨਾਂ ਨੇ ਨਵੀਂ ਚਾਲ ਖੇਡਦੇ ਹੋਏ ਇੱਕ ਲੈਟਰ ਜਾਰੀ ਕੀਤੀ ਹੈਗੀ ਹੈ ਵੀ ਇਹਨਾਂ ਦਾ ਟੈਸਟ ਲਿਆ ਜਾਊਗਾ, ਟੈਸਟ ਲੈ ਕੇ ਭਰਤੀ ਕੀਤੇ ਜਾਣਗੇ ਜਾਂ ਹੋਰ ਮੁਲਾਜ਼ਮ ਭਰਤੀ ਕੀਤੇ ਜਾਣਗੇ, ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਨਿਖੇਧੀ ਕਰਦੇ ਹਾਂ। ਅਸੀਂ ਇਹ ਕਹਿੰਦੇ ਹਾਂ ਵੀ ਇਹ ਜਿਹੜੀ ਬਿਲਕੁਲ ਕੋਝੀ ਚਾਲ ਹੈ, ਕਿਉਂਕਿ ਜੋ ਇਹ ਟੈਸਟ ਅਸੀਂ ਨਹੀਂ ਕਹਿੰਦੇ, ਅਸੀਂ ਕਹਿੰਦੇ ਹਾਂ ਵੀ ਜੋ ਕਿਸੇ ਨੂੰ ਭਰਤੀ ਕਰਨਾ ਹੈ ਨਵੀਂ ਭਰਤੀ ਕਰੋ, ਕਿਉਂਕਿ ਸਰਕਾਰ ਕਹਿੰਦੀ ਘਰ ਘਰ ਰੁਜ਼ਗਾਰ ਦੇਣਾ ਹੈ, ਦੇਵੇ, ਬੜੀ ਖੁਸ਼ੀ ਦੀ ਗੱਲ ਹੈ ਜੇ ਕਿਸੇ ਨੂੰ ਰੁਜ਼ਗਾਰ ਮਿਲਦਾ। ਪਰ ਇਹਨਾਂ ਦਾ ਰੁਜ਼ਗਾਰ ਖੋਹ ਕੇ, ਜਿਨ੍ਹਾਂ ਨੇ ਔਖੇ ਸਮੇਂ 'ਚ ਕੰਮ ਕੀਤਾ ਹੈ, ਉਹ ਰੁਜ਼ਗਾਰ ਖੋਹ ਕੇ ਜਿਹੜਾ ਹੈਗਾ, ਜਿਹੜੀ ਇਹ ਚਾਲ ਹੈ ਸਰਕਾਰ ਦੀ, ਜਿਹੜੀ ਕੋਝੀ ਚਾਲ ਹੈ, ਇਹ ਅਸੀਂ ਇਹਦੀ ਨਿੰਦਾ ਕਰਦੇ ਹਾਂ, ਅਸੀਂ ਇਹਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਅਸੀਂ ਫੇਰ ਅਪੀਲ ਕਰਦੇ ਹਾਂ ਵੀ ਸਰਕਾਰ ਨੂੰ ਜਿਹੜੀ ਇਹਨਾਂ ਦੀ ਮੰਗ ਹੈ, ਮੈਡੀਕਲ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਤੱਕ ਵੀ ਇਹਨਾਂ ਦੀ ਜਿਹੜੀ ਮੰਗ ਤੇ ਪਹਿਲ ਦੇ ਆਧਾਰ ਤੇ ਗੌਰ ਕਰਕੇ ਇਹਨਾਂ ਦੀਆਂ ਸੇਵਾਵਾਂ ਲਗਾਤਾਰ ਬਹਾਲ ਰੱਖੀਆਂ ਜਾਣ ਤੇ ਜੋ ਇਦਾਂ ਦੀ ਕੋਝੀ ਚਾਲ ਹੈ ਉਹਨਾਂ ਚਾਲਾਂ 'ਚ ਨਹੀਂ ਪੈਣਾ ਚਾਹੀਦਾ। ਸਰ, ਇੱਕ ਜਿਹੜਾ ਹੈਗਾ ਵੀ ਇਹਦੇ ਵਿੱਚ ਹੈਲਥ ਵਿਭਾਗ ਦੇ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਨਾਲ ਵੀ ਮਿਲੇ ਗਏ ਆ, ਇਹਨਾਂ ਨੇ ਕੋਈ ਆਸ਼ਵਾਸਨ ਦਿੱਤਾ ਸੀਗਾ, ਕੋਈ ਹੈ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ? ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਉਸ ਦਿਨ ਗੱਲਬਾਤ ਹੋਈ, ਸਾਰੀਆਂ ਜਥੇਬੰਦੀਆਂ ਦੀ ਗੱਲਬਾਤ ਹੋਈ ਸੀਗੀ। ਉਸ ਦਿਨ ਉਹਨਾਂ ਨੇ ਕਿਹਾ ਸੀਗਾ ਵੀ ਵਾਈਸ ਚਾਂਸਲਰ ਸਾਹਿਬ ਸਰਕਾਰ ਨਾਲ ਗੱਲ ਕਰਨ ਗਏ ਨੇ ਤੇ ਇੱਕ ਗੱਲ ਆ ਰਹੀ ਸੀਗੀ ਵੀ ਇਹਨਾਂ ਨੂੰ ਵਰਬਲੀ ਇੱਕ ਆਰਡਰ ਸੀਗੇ ਵੀ 3 ਮਹੀਨਿਆਂ ਵਾਸਤੇ ਜਿਹੜਾ ਹੈਗਾ ਤੁਹਾਨੂੰ ਸੇਵਾਵਾਂ, ਤੁਸੀਂ ਡਿਊਟੀਆਂ ਤੇ ਆ ਜਾਓ, ਤੁਹਾਡੀਆਂ ਸੇਵਾਵਾਂ ਬਹਾਲ ਨੇ। ਪਰ ਉਹਦੀ ਕੋਈ ਪੁਸ਼ਟੀ ਕਿਸੇ ਉੱਚ ਅਧਿਕਾਰੀ ਨੇ ਆਫੀਸ਼ੀਅਲੀ ਨਹੀਂ ਕੀਤੀ। ਜਦੋਂ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਕਿਸੇ ਨੇ ਵੀ ਜ਼ਿੰਮੇਵਾਰੀ ਨਾਲ ਉਹ ਗੱਲ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਹੜੀ ਗੱਲ ਇੱਕ ਸਾਨੂੰ ਜਥੇਬੰਦੀਆਂ ਨੂੰ ਵੀ ਠੋਸ ਨਹੀਂ ਲੱਗੀ। ਅਸੀਂ ਮੰਗੇ ਕਰਦੇ ਹਾਂ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਬਹਾਲ ਕਰਨੀਆਂ ਨੇ, ਲਗਾਤਾਰਤਾ ਬਣਾਉਣੀ ਇਹਨਾਂ ਦੀਆਂ ਸੇਵਾਵਾਂ ਦੇ ਵਿੱਚ, ਉਹਦੀ ਕੋਈ ਲੈਟਰ ਸਰਕਾਰ ਵੱਲੋਂ
ਜਿਹੜੀ ਹੈਗੀ ਯੂਨੀਵਰਸਿਟੀ ਪ੍ਰਸ਼ਾਸਨ ਜਾਰੀ ਕਰਵਾਵੇ, ਤਾਂ ਕਿ ਸੋਲਿਡ ਗੱਲ ਹੋਵੇ ਕਿ ਆਫੀਸ਼ੀਅਲੀ ਜਿਹੜੀ ਹੈਗੀ ਆ ਕੋਈ ਆਰਡਰ ਜਾਰੀ ਹੋਣ, ਫਿਰ ਆਪਦੀਆਂ ਡਿਊਟੀਆਂ ਜਿਹੜੀਆਂ ਇਹ ਜੁਆਇਨ ਕਰ ਲੈਣਗੇ।